ਅਕਾਲ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਹੈਡਲਾਈਨਸ ਤੇ। 3 ਦਿਨ ਬਾਅਦ ਹਨੇਰੇ 'ਚ ਡੁੱਬੇਗਾ ਪੰਜਾਬ। ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਥਰਮਲ ਪਲਾਂਟਾਂ ਕੋਲ ਸਿਰਫ 3 ਦਿਨ ਦਾ ਗੋਲਾ ਬਚਿਆ। ਕਿਸਾਨਾਂ ਨੂੰ ਮਾਲ ਗੱਡੀਆਂ ਲਈ ਰਾਹ ਦੇਣ ਦੀ ਕੀਤੀ ਅਪੀਲ। ਬੇਨਤੀਜਾ ਰਹੀ ਬਰਨਾਲਾ 'ਚ ਹੋ ਰਹੀ ਕਿਸਾਨ ਜਥੇਬੰਦੀਆਂ ਦੀ ਬੈਠਕ। 7 ਜਥੇਬੰਦੀਆਂ ਦੇ ਨੁਮਾਇੰਦੇ ਰਹੇ ਗੈਰ ਹਾਜ਼ਰ। ਹੁਣ 13 ਅਕਤੂਬਰ ਨੂੰ ਅਗਲੀ ਮੀਟਿੰਗ 'ਚ ਬਣਾਈ ਜਾਵੇਗੀ ਸੰਘਰਸ਼ ਦੀ ਰਣਨੀਤੀ। ਹਾਥਰਸ ਗੈਂਗਰੇਪ ਤੇ ਕਤਲ ਮਾਮਲੇ ਤੇ ਭਖਿਆ ਪੰਜਾਬ ਦਾ ਮਾਹੌਲ। 3 ਘੰਟਿਆਂ ਦੇ ਬੰਦ ਦੌਰਾਨ ਮੋਦੀ ਤੇ ਯੋਗੀ ਤੇ ਫੂਕੇ ਗਏ ਪੁਤਲੇ। ਸਕਾਲਰਸ਼ਿਪ ਘਟਾਲੇ ਲਈ ਕੈਪਟਨ ਖਿਲਾਫ ਵੀ ਨਾਅਰੇਬਾਜ਼ੀ। ਸਿਮਰਜੀਤ ਬੈਂਸ ਨੇ ਕੀਤੀ ਯੋਗੀ ਸਰਕਾਰ ਨੂੰ ਬਰਖਾਸਤ ਕਰਨ ਅਤੇ ਯੂਪੀ 'ਚ ਰਾਸ਼ਟਰਪਤੀ ਰਾਜ ਲਗਾਉਣ ਦੀ ਮੰਗ। ਦਲਿਤ ਸਮਾਜ ਦੇ ਧਰਨੇ ਤੇ ਪਹੁੰਚੇ ਦੀਪ ਸਿੱਧੂ ਨੇ ਜਾਤ ਪਾਤ ਨੂੰ ਦੱਸਿਆ ਅਜਿਹੀਆਂ ਘਟਨਾਵਾਂ ਦੀ ਅਸਲੀ ਜੜ। ਅਤੇ ਮੋਗਾ 'ਚ ਇਨਸਾਨੀਅਤ ਹੋਈ ਸ਼ਰਮਸਾਰ। ਸਿਵਲ ਹਸਪਤਾਲ ਪਹੁੰਚੀ ਗਰਭਵਤੀ ਮਹਿਲਾ ਨੂੰ ਨਹੀਂ ਮਿਲਿਆ ਇਲਾਜ। ਹਸਪਤਾਲ ਦੀ ਪਾਰਕਿੰਗ 'ਚ ਦਿੱਤਾ ਬੱਚੀ ਨੂੰ ਜਨਮ। ਤੇ ਹੁਣ ਖਬਰਾਂ ਦਾ ਵਿਸਥਾਰ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਸਾਨਾਂ ਨੂੰ ਰੇਲਵੇ ਲਾਈਨਾਂ ਤੋਂ ਧਰਨਾ ਚੁੱਕਣ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਪੰਜਾਬ 'ਚ ਥਰਮਲ ਪਲਾਂਟਾਂ ਦਾ 3 ਦਿਨ ਦਾ ਕੋਲਾ ਬਚਿਆ। ਜੇਕਰ ਕਿਸਾਨਾਂ ਨੇ ਰੇਲਵੇ ਲਾਈਨਾਂ ਤੋਂ ਧਰਨਾ ਸਮਾਪਤ ਨਾ ਕੀਤਾ ਤਾਂ ਪੰਜਾਬ 'ਚ ਬਿਜਲੀ ਦੇ ਕੱਟ ਲੱਗਣੇ ਸ਼ੁਰੂ ਹੋ ਜਾਣਗੇ ਤੇ ਬਿਜਲੀ ਬੰਦ ਹੋ ਜਾਵੇਗੀ। ਮਨਪ੍ਰੀਤ ਬਾਦਲ ਨੇ ਕਿਸਾਨਾਂ ਨੂੰ ਕਿਹਾ ਕਿ ਅਗਲੀ ਫਸਲ ਲਈ ਯੂਰੀਆ ਖਾਦ ਵੀ ਖਤਮ ਹੋ ਜਾਵੇਗੀ। ਜੇਕਰ ਕਿਸਾਨ ਧਰਨਾ ਨਹੀਂ ਚੁੱਕਦੇ ਤਾਂ ਆਉਣ ਵਾਲੇ ਸਮੇਂ 'ਚ ਉਹਨਾਂ ਨੂੰ ਫਸਲ ਬੀਜਣ 'ਚ ਪਰੇਸ਼ਾਨੀ ਆ ਸਕਦੀ ਹੈ। ਵਿੱਤ ਮੰਤਰੀ ਨੇ ਕਿਹਾ ਕਿ ਕਿਸਾਨਾਂ ਵੱਲੋਂ ਰੇਲਵੇ ਲਾਈਨਾਂ ਰੋਕਣ ਤੇ ਫੌਜ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਰਾਸ਼ਨ ਫੌਜ ਤੱਕ ਨਹੀਂ ਪਹੁੰਚ ਰਿਹਾ। ਅੱਗੇ ਉਹਨਾਂ ਕਿਹਾ ਕਿ ਆਮ ਲੋਕਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੇਂਦਰ ਸਰਕਾਰ 3 ਖੇਤੀ ਕਾਨੂੰਨਾਂ ਦੇ ਖਿਲਾਫ ਪੰਜਾਬ ਦੇ ਕਿਸਾਨਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਵੱਖ-ਵੱਖ ਥਾਵਾਂ ਤੇ ਮੋਰਚਾ ਖੋਲ੍ਹਿਆ ਹੋਇਆ ਹੈ। ਪੰਜਾਬ ਦੇ ਸ਼੍ਰੀ ਅੰਮ੍ਰਿਤਸਰ ਸਾਹਿਬ, ਫਰੀਦਕੋਟ, ਬਰਨਾਲਾ, ਸੰਗਰੂਰ ਸਮੇਤ ਕਈ ਜ਼ਿਲ੍ਹਿਆਂ 'ਚ ਸੂਬੇ ਦੇ ਕਿਸਾਨ ਰੇਲਵੇ ਟਰੈਕ ਜਾਮ ਕਰਕੇ ਬੈਠੇ ਨੇ ਤੇ ਕੇਂਦਰ ਸਰਕਾਰ ਤੋਂ ਇਹ ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਕਰ ਰਹੇ ਨੇ। ਪੰਜਾਬ ਦੇ ਬਰਨਾਲਾ 'ਚ ਅੱਜ 30 ਕਿਸਾਨ ਜਥੇਬੰਦੀਆਂ ਦੀ ਬੈਠਕ ਬੇਨਤੀਜਾ ਹੋ ਸਮਾਪਤ ਹੋ ਗਈ। ਦਰਅਸਲ ਇਸ ਮੀਟਿੰਗ 'ਚ 7 ਜਥੇਬੰਦੀਆਂ ਦੇ ਨੁਮਾਇੰਦੇ ਨਹੀਂ ਪਹੁੰਚੇ, ਜਿਸ ਕਾਰਨ ਅੱਜ ਕੋਈ ਫੈਸਲਾ ਨਹੀਂ ਲਿਆ ਗਿਆ। ਕਿਸਾਨ ਜਥੇਬੰਦੀਆਂ ਨੇ ਹੁਣ 13 ਤਰੀਕ ਨੂੰ ਅਗਲੀ ਮੀਟਿੰਗ ਬੁਲਾਈ ਹੈ। ਦੱਸਦੀ ਕਿ ਅੱਜ ਦੀ ਮੀਟਿੰਗ 'ਚ ਕਿਸਾਨ ਸੰਘਰਸ਼ ਦੀ ਅਗਲੀ ਰੂਪਰੇਖਾ ਬਾਰੇ ਅਹਿਮ ਫੈਸਲੇ ਲਏ ਜਾਣੇ ਸਨ, ਪਰ 7 ਜਥੇਬੰਦੀਆਂ ਦੇ ਗੈਰ ਹਾਜ਼ਰ ਰਹਿਣ ਕਾਰਨ ਅੱਜ ਕੋਈ ਫੈਸਲਾ ਨਹੀਂ ਲਿਆ ਗਿਆ। ਹੁਣ 13 ਤਰੀਕ ਦੀ ਮੀਟਿੰਗ 'ਚ ਕਿਸਾਨਾਂ ਦੇ ਸੰਘਰਸ਼ ਲਈ ਅਗਲੀ ਰਣਨੀਤੀ ਉਲੀਕੀ ਜਾਵੇਗੀ। ਪੰਜਾਬ ਦੇ ਕਿਸਾਨ 3 ਨਵੇਂ ਖੇਤੀ ਕਾਨੂੰਨਾਂ ਦੇ ਖਿਲਾਫ ਪਿਛਲੇ ਕਈ ਦਿਨਾਂ ਤੋਂ ਰੋਸ ਮੁਜ਼ਾਹਰੇ ਕਰ ਰਹੇ ਨੇ। ਰੇਲ ਪਟਰੀਆਂ ਦੇ ਨਾਲ ਹੀ ਕੌਮੀ ਰਾਜਮਾਰਗ ਵੀ ਉਹਨਾਂ ਵੱਲੋਂ ਜਾਮ ਕੀਤੇ ਜਾ ਰਹੇ ਨੇ ਅਤੇ ਅੰਬਾਨੀ ਤੇ ਅਡਾਨੀ ਦੇ ਵਪਾਰਕ ਅਦਾਰਿਆਂ ਦਾ ਘਿਰਾਓ ਵੀ ਕੀਤਾ ਜਾ ਰਿਹਾ ਹੈ। ਲਖਵਾਲ ਯੂਨੀਅਨ ਦੀ ਇੱਕ ਗਲਤੀ ਕਾਰਨ ਕਿਸਾਨ ਜਥੇਬੰਦੀਆਂ 'ਚ ਪਾੜ ਪੈ ਗਿਆ। ਅਜਿਹੀਆਂ ਕੁਝ ਤਸਵੀਰਾਂ ਫਰੀਦਕੋਟ ਧਰਨੇ ਤੋਂ ਸਾਹਮਣੇ ਆਈਆਂ ਨੇ, ਜਿੱਥੇ ਇੱਕ ਲਖਵਾਲ ਸਮਰਥਕ ਨੇ ਸਟੇਜ ਤੋਂ ਬੋਲਣ ਦੀ ਕੋਸ਼ਿਸ਼ ਕੀਤੀ ਤਾਂ ਬਾਕੀ ਕਿਸਾਨਾਂ ਨੇ ਉਸ ਨੂੰ ਰੋਕ ਦਿੱਤਾ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਲਖਵਾਲ ਯੂਨੀਅਨ ਨੇ ਸੁਪਰੀਮ ਕੋਰਟ ਜਾ ਕੇ ਗਲਤੀ ਕੀਤੀ ਹੈ ਅਤੇ ਬਾਕੀ ਜਥੇਬੰਦੀਆਂ ਨੇ ਇਸ ਯੂਨੀਅਨ ਦਾ ਬਾਈਕਾਟ ਕੀਤਾ ਹੋਇਆ। ਇਸ ਦੌਰਾਨ ਧਰਨੇ ਵਾਲੀ ਥਾਂ ਤੇ ਕਾਫੀ ਹੰਗਾਮਾ ਵੀ ਵੇਖਣ ਨੂੰ ਮਿਲਿਆ। ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਗੁੱਸਾ 7ਵੇਂ ਆਸਮਾਨ ਤੇ ਹੈ ਅਤੇ ਉਹ ਇਸ ਦੇ ਵਿਰੋਧ 'ਚ ਲਗਾਤਾਰ ਸੰਘਰਸ਼ ਕਰ ਰਹੇ ਨੇ। ਪਰ ਫਰੀਦਕੋਟ ਵਿਖੇ ਕਿਸਾਨ ਜਥੇਬੰਦੀਆਂ ਦੇ ਧਰਨੇ ਦੌਰਾਨ ਉਸ ਵੇਲੇ ਹੰਗਾਮਾ ਹੋ ਗਿਆ ਜਦ ਲੱਖੋਵਾਲ ਸਮਰਥਕ ਇੱਕ ਬੁਲਾਰੇ ਨੇ ਸਟੇਜ ਤੋਂ ਬੋਲਣ ਦੀ ਜਿੱਦ ਕੀਤੀ। ਧਰਨੇ ਤੇ ਮੌਜੂਦ ਕਿਸਾਨਾਂ ਨੇ ਲੱਖੋਵਾਲ ਸਮਰਥਕ ਦਾ ਜ਼ੋਰਦਾਰ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਉਸ ਕੋਲੋਂ ਮਾਈਕ ਵੀ ਦੂਰ ਕਰ ਦਿੱਤਾ ਗਿਆ ਅਤੇ ਆਰਾਮ ਨਾਲ ਧਰਨੇ ਤੇ ਬੈਠਣ ਦੀ ਬੇਨਤੀ ਕੀਤੀ ਗਈ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਲੱਖੋਵਾਲ ਯੂਨੀਅਨ ਨੇ ਬਿਨਾਂ ਕਿਸੇ ਦੀ ਸਲਾਹ ਲਏ ਸੁਪਰੀਮ ਕੋਰਟ ਦਾ ਰੁਖ ਕਰ ਲਿਆ। ਇਸ ਨਾਲ ਬਾਕੀ ਜਥੇਬੰਦੀਆਂ ਨਾਰਾਜ਼ ਨੇ ਅਤੇ ਉਹਨਾਂ ਨੇ ਲੱਖੋਵਾਲ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੋਇਆ ਹੈ। ਉਹਨਾਂ ਮੁਤਾਬਕ ਜਦ ਤੱਕ ਬਾਕੀ ਜਥੇਬੰਦੀਆਂ ਲੱਖੋਵਾਲ ਤੋਂ ਪਾਬੰਦੀ ਨਹੀਂ ਹਟਾਉਂਦੀਆਂ, ਉਦੋਂ ਤੱਕ ਕਿਸੇ ਵੀ ਨੁਮਾਇੰਦੇ ਨੂੰ ਕਿਸੇ ਵੀ ਸਟੇਜ ਤੇ ਬੋਲਣ ਨਹੀਂ ਦਿੱਤਾ ਜਾ ਸਕਦਾ। ਸਰ, ਇਹ ਮੈਂ ਤੁਹਾਡੇ ਮੀਡੀਆ ਜਰੀਏ ਦੱਸਣਾ ਚਾਹੁੰਦਾ ਕਿ ਥੋੜ੍ਹਾ ਜਿਹਾ ਇਹਨਾਂ ਦੇ ਪੰਜਾਬ ਜਿਹੜਾ ਪ੍ਰਧਾਨ ਤੋਂ ਬਹੁਤ ਵੱਡੀ ਗਲਤੀ ਹੋਈ ਹੈ ਕਿ ਦੂਜੀਆਂ 30 ਜਥੇਬੰਦੀਆਂ ਤੋਂ ਪੁੱਛੇ ਬਿਨਾਂ ਉਹਨਾਂ ਨੇ ਇੱਕ ਸੁਪਰੀਮ ਕੋਰਟ ਦੇ ਵਿੱਚ ਰਿਟ ਪਾਤੀ ਸੀਗੀ। ਇਸ ਕਰਕੇ ਉੱਥੋਂ ਉਹਨਾਂ ਨੂੰ ਸਸਪੈਂਡ ਕਰਤਾ ਸੀਗਾ। ਅਜੇ ਤੱਕ ਜਿੰਨਾ ਚਿਰ ਮਤਲਬ ਉਹਨਾਂ ਨੇ ਇਹ ਹੋਰ ਵਾਪਸ ਨਹੀਂ ਲੈਂਦੇ ਸੁਪਰੀਮ ਕੋਰਟ 'ਚੋਂ, ਉਹਨਾਂ ਚਿਰ ਉਹ ਸਸਪੈਂਡ ਹੈ। ਦੱਸ ਦਈਏ ਕਿ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਨੇ ਨਵੇਂ ਖੇਤੀ ਕਾਨੂੰਨਾਂ ਖਿਲਾਫ ਇਕੱਠਿਆਂ ਸੰਘਰਸ਼ ਕਰਨ ਦਾ ਐਲਾਨ ਕੀਤਾ ਸੀ, ਪਰ ਲੱਖੋਵਾਲ ਯੂਨੀਅਨ ਵੱਲੋਂ ਸੁਪਰੀਮ ਕੋਰਟ ਦਾ ਰੁਖ ਕਰਨ ਕਾਰਨ ਗੱਲ ਵਿਗੜ ਗਈ। ਹੁਣ ਅੰਦੋਲਨ ਦੀ ਸਾਰੀ ਰੂਪਰੇਖਾ ਬਾਕੀ 30 ਜਥੇਬੰਦੀਆਂ ਵੱਲੋਂ ਤੈਅ ਕੀਤੀ ਜਾ ਰਹੀ ਹੈ ਅਤੇ ਲੱਖੋਵਾਲ ਯੂਨੀਅਨ ਦਾ ਬਾਈਕਾਟ ਅਜੇ ਜਾਰੀ ਹੈ।
ਪੋਸਟ ਮੈਟ੍ਰਿਕ ਵਜ਼ੀਫਾ ਘਟਾਲੇ ਅਤੇ ਉੱਤਰ ਪ੍ਰਦੇਸ਼ ਵਿੱਚ ਹਾਥਰਸ ਕੇਸ ਦੇ ਵਿਰੋਧ ਵਿੱਚ ਸੰਤ ਸਮਾਜ ਸੰਘਰਸ਼ ਕਮੇਟੀ ਦੇ ਸੱਦੇ ਤੇ ਅਨੁਸੂਚਿਤ ਜਾਤੀ ਸੰਗਠਨਾਂ ਦੇ ਸਹਿਯੋਗ ਨਾਲ ਅੱਜ ਪੰਜਾਬ ਭਰ ਵਿੱਚ 3 ਘੰਟਿਆਂ ਲਈ ਚੱਕਾ ਜਾਮ ਕੀਤਾ ਗਿਆ। ਚੱਕਾ ਜਾਮ ਦਾ ਪ੍ਰੋਗਰਾਮ ਸਵੇਰੇ 10 ਵਜੇ ਤੋਂ ਸ਼ੁਰੂ ਹੋਇਆ ਜੋ ਦੁਪਹਿਰ 1 ਵਜੇ ਤੱਕ ਜਾਰੀ ਰਿਹਾ। ਇਸ ਦੌਰਾਨ ਪਟਿਆਲਾ 'ਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ਹਾਥਰਸ ਮਾਮਲੇ ਦੇ ਆਰੋਪੀਆਂ ਲਈ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਗਈ। ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਇੱਕ ਦਲਿਤ ਲੜਕੀ ਨਾਲ ਹੋਏ ਬਲਾਤਕਾਰ ਤੋਂ ਬਾਅਦ ਹੋਈ ਮੌਤ ਦੀ ਘਟਨਾ ਅਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਨੂੰ ਲੈ ਕੇ ਦਲਿਤ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦੇ ਸੱਦੇ ਦਾ ਪਟਿਆਲਾ 'ਚ ਵੀ ਅਸਰ ਦੇਖਣ ਨੂੰ ਮਿਲਿਆ। ਪਟਿਆਲਾ ਦੇ ਫੁਹਾਰਾ ਚੌਂਕ 'ਚ ਦਲਿਤ ਜਥੇਬੰਦੀਆਂ ਨੇ ਧਰਨਾ ਲਗਾ ਦਿੱਤਾ ਅਤੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ। ਇਸ ਮੌਕੇ ਉਹਨਾਂ ਮੋਦੀ ਅਤੇ ਯੋਗੀ ਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਦੇ ਨਾਲ ਹੀ ਉਹਨਾਂ ਪੰਜਾਬ ਸਰਕਾਰ ਨੂੰ ਵੀ ਘੇਰਿਆ ਅਤੇ ਪੋਸਟ ਮੈਟ੍ਰਿਕ ਘੁਟਾਲੇ 'ਚ ਆਰੋਪਾਂ ਦਾ ਸਾਹਮਣਾ ਕਰ ਰਹੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਕਲੀਨ ਚਿੱਟ ਦੇਣ ਦਾ ਵਿਰੋਧ ਵੀ ਕੀਤਾ ਅਤੇ ਉਸ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ। ਇਹਦੀ ਵਜ੍ਹਾ ਇਹ ਹੈ ਜਿਹੜੀ ਮਨੀਸ਼ਾ ਵਾਲਮੀਕੀ ਮੂਲ ਨਿਵਾਸੀ ਲੜਕੀ ਨੂੰ ਹਾਥਰਸ ਯੂਪੀ 'ਚ ਮਾਰਿਆ ਯੂਪੀ ਗਵਰਨਮੈਂਟ ਨੇ, ਉਹਦੇ ਵਿੱਚ ਜਿਹੜੇ ਉਹਦੇ ਸਾਰੇ ਪਰਿਵਾਰ ਨੂੰ ਹੁਣ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਕੁੜੀ ਦੇ ਵਿਚਾਰੇ ਦੇ ਹੱਡੀਆਂ ਪਸਲੀਆਂ ਤੋੜ ਕੇ ਉਹਨੂੰ ਸ਼ਹੀਦ ਕਰਤਾ। ਸੋ ਦੂਜਾ ਸਾਡਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਹੈ। ਸਾਧੂ ਸਿੰਘ ਜਿਹੜਾ ਮੰਤਰੀ ਹੈ ਸਾਡਾ ਵੈਲਫੇਅਰ ਦਾ, ਉਹਨੇ ਇਹ ਜਿਹੜਾ ਘੁਟਾਲਾ ਕੀਤਾ, ਪੰਜਾਬ ਸਰਕਾਰ ਨੇ, ਮੁੱਖ ਮੰਤਰੀ ਪੰਜਾਬ ਨੇ ਉਹਨੂੰ ਕਲੀਨ ਚਿੱਟ ਦਿੱਤੀ ਆ, ਧੋਖਾ ਕੀਤਾ। ਸੋ ਇਸ ਕਰਕੇ ਅਸੀਂ ਇਹ ਪ੍ਰੋਟੈਸਟ ਕਰ ਰਹੇ ਹਾਂ। ਕਿਸਾਨੀ ਔਰ ਲੇਬਰ ਦੇ ਅੰਦਰ ਜਿਹੜੇ ਉਹਨਾਂ ਨੇ ਕਾਨੂੰਨ ਗਲਤ ਬਣਾਏ ਨੇ ਉਹਦੇ ਨਾਲ ਸਾਰਾ ਦੇਸ਼ ਪਰੇਸ਼ਾਨ ਹੈ। ਅੱਜ ਦੀ ਡੇਟ ਦੇ ਵਿੱਚ ਕਿਸਾਨ ਮਜ਼ਦੂਰ ਸਮੁੱਚਾ ਭਾਈਚਾਰਾ ਇਕੱਠਾ ਹੋ ਕੇ ਸਾਰੇ ਦੇਸ਼ 'ਚ ਪ੍ਰਦਰਸ਼ਨ ਕਰ ਰਿਹਾ। ਅੱਜ ਪਟਿਆਲੇ ਦੇ ਵਿੱਚ ਅਸੀਂ ਖੜੇ ਹਾਂ। ਹੁਣ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਰਾ ਜਿਹੜਾ ਹੈਗਾ ਚੱਕਾ ਜਾਮ ਚੱਲ ਰਿਹਾ। ਬਲਾਤਕਾਰੀਆਂ ਨੇ ਬਾਈ ਨੂੰ ਮਾਰਿਆ, ਠਾਕੁਰਾਂ ਨੂੰ ਵੀ ਬ੍ਰਾਹਮਣਾਂ ਨੂੰ ਇਹਨਾਂ ਨੇ, ਤਾਂ ਕਰਕੇ ਇਹ ਜਿਹੜਾ ਉਹਨਾਂ ਨੂੰ ਫਿਰ ਇੱਟ ਦਾ ਜਵਾਬ ਪੱਥਰ ਨਾਲ ਦਿੰਦਾ ਉਹਨੂੰ ਸ਼ਹੀਦ ਮੰਨਦੇ ਨੇ। ਪਰ ਜਿਹਦਾ ਇਹ ਬਲਾਤਕਾਰ ਕਰਕੇ ਉਹਨੂੰ ਸ਼ਹੀਦ ਕਰਤਾ, ਉਸ ਬੱਚੀ ਨਾਲ ਰੇਪ ਕਰਕੇ ਮਾਰਤਾ, ਉਹਦੀ ਜੀਭ ਕੱਟਤੀ, ਉਹਦੀ ਢੂਹੀ ਤੋੜਤੀ, ਉਹਨੂੰ ਅਜੇ ਵੀ ਇਹ ਲੋਕ ਬਲਾਤਕਾਰ ਦਾ ਪਰਚਾ ਦਰਜ ਨਹੀਂ ਕਰ ਰਹੇ। ਇਸ ਲਈ ਅਸੀਂ ਰੋਸ ਵਜੋਂ ਅੱਜ ਸਮੁੱਚੇ ਸੰਤ ਸਮਾਜ ਵੱਲੋਂ ਇਸ ਦੇ ਵਿੱਚ ਅਸੀਂ ਬੱਸ ਸਟੈਂਡ ਦੇ ਵਿੱਚ ਸਾਡੇ ਸਾਰੇ ਸਮਾਜ ਨੇ, ਸਮੁੱਚੀਆਂ ਪਾਰਟੀਆਂ ਨੇ ਰਲ ਕੇ ਧਰਨਾ। ਦੱਸ ਦਈਏ ਕਿ ਅੱਜ ਸਵੇਰੇ 10 ਵਜੇ ਤੋਂ ਲੈ ਕੇ 1 ਵਜੇ ਤੱਕ ਦਲਿਤ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਸੀ, ਜਿਸ ਨੂੰ ਭਰਵਾਂ ਹੁੰਗਾਰਾ ਮਿਲਿਆ। ਪਟਿਆਲਾ 'ਚ ਅੱਜ ਬਾਜ਼ਾਰ ਬੰਦ ਰਹੇ। ਆਮ ਆਦਮੀ ਪਾਰਟੀ, ਸ਼੍ਰੀ ਗੁਰੂ ਰਵਿਦਾਸ ਸੰਘਰਸ਼ ਕਮੇਟੀ, NSCA ਅਤੇ ਸਥਾਨਕ ਪੱਧਰ ਤੇ ਕਈ ਸੰਸਥਾਵਾਂ ਨੇ ਸੰਤ ਸਮਾਜ ਦੇ ਬੰਦ ਦੇ ਸੱਦੇ ਨੂੰ ਸਮਰਥਨ ਦਿੱਤਾ ਸੀ। ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਹਾਥਰਸ ਮਾਮਲੇ 'ਚ ਲਾਹਨਤਾਂ ਪਾਉਂਦੇ ਹੋਏ ਯੋਗੀ ਸਰਕਾਰ ਨੂੰ ਬਰਖਾਸਤ ਕਰਨ ਅਤੇ ਉੱਤਰ ਪ੍ਰਦੇਸ਼ 'ਚ ਰਾਸ਼ਟਰਪਤੀ ਰਾਜ ਲਗਾਉਣ ਦੀ ਮੰਗ ਕੀਤੀ। ਬੈਂਸ ਆਪਣੇ ਸਮਰਥਕਾਂ ਤੇ ਦਲਿਤ ਭਾਈਚਾਰੇ ਦੇ ਨਾਲ ਲੁਧਿਆਣਾ ਜਲੰਧਰ ਬਾਈਪਾਸ ਤੇ ਧਰਨਾ ਦੇ ਰਹੇ ਸਨ। ਉਹਨਾਂ ਕਿਹਾ ਕਿ ਉੱਤਰ ਪ੍ਰਦੇਸ਼ 'ਚ ਕਾਨੂੰਨ ਵਿਵਸਥਾ ਦਾ ਜਨਾਜ਼ਾ ਨਿਕਲ ਚੁੱਕਾ ਹੈ। ਇਸ ਤੋਂ ਇਲਾਵਾ ਬੈਂਸ ਨੇ ਸਕਾਲਰਸ਼ਿਪ ਘੁਟਾਲੇ ਦੀ CBI ਜਾਂਚ ਤੇ ਮੰਤਰੀ ਧਰਮਸੋਤ ਨੂੰ ਬਰਖਾਸਤ ਕਰਨ ਦੀ ਵੀ ਮੰਗ ਕੀਤੀ। ਹਾਥਰਸ ਗੈਂਗਰੇਪ ਤੇ ਕਤਲ ਮਾਮਲੇ 'ਚ ਇਨਸਾਫ ਦੀ ਮੰਗ ਅਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ 'ਚ CBI ਜਾਂਚ ਦੀ ਮੰਗ ਨੂੰ ਲੈ ਕੇ ਅੱਜ ਲੁਧਿਆਣਾ ਵਿਖੇ ਵੀ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿੱਚ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਵੀ ਸ਼ਮੂਲੀਅਤ ਕੀਤੀ। ਬੈਂਸ ਨੇ ਆਪਣੇ ਸਮਰਥਕਾਂ ਸਮੇਤ ਜਲੰਧਰ ਬਾਈਪਾਸ ਰੋਡ ਤੇ ਧਰਨਾ ਲਗਾ ਦਿੱਤਾ, ਜਿਸ ਕਾਰਨ ਉੱਥੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਬੈਂਸ ਦਾ ਕਹਿਣਾ ਸੀ ਕਿ ਯੋਗੀ ਸਰਕਾਰ ਹਾਥਰਸ ਮਾਮਲੇ 'ਚ ਵਿਦੇਸ਼ੀ ਹੱਥ ਦੱਸ ਕੇ ਆਪਣਾ ਪੱਲਾ ਝਾੜ ਰਹੀ ਹੈ ਅਤੇ ਦੋਸ਼ੀਆਂ ਨੂੰ ਬਚਾ ਰਹੀ ਹੈ। ਉਹਨਾਂ ਪ੍ਰਧਾਨ ਮੰਤਰੀ ਮੋਦੀ ਤੋਂ ਉੱਤਰ ਪ੍ਰਦੇਸ਼ ਦੀ ਸਰਕਾਰ ਭੰਗ ਕਰਨ ਅਤੇ ਉੱਥੇ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ ਕੀਤੀ। ਬੱਚੀ ਮਨੀਸ਼ਾ ਯੂਪੀ ਦੇ ਅੰਦਰ ਦੁਸ਼ਕਰਮ, ਉਦੋਂ ਬਾਅਦ ਦੇ ਵਿੱਚ ਟਾਰਚਰ, ਤੇ ਮੋਦੀ ਸਾਹਿਬ ਸਰਕਾਰ ਡਿਸਮਿਸ ਕਰੋ। ਅਸੀਂ ਰਾਸ਼ਟਰਪਤੀ ਜੀ ਤੋਂ ਮੰਗ ਕਰਦੇ ਹਾਂ ਕਿ ਐਸੇ ਮੁੱਖ ਮੰਤਰੀ ਦੀ ਸਰਕਾਰ ਨੂੰ ਸੱਤਾ ਦੇ ਵਿੱਚ ਬਣੇ ਰਹਿਣ ਦਾ ਕੋਈ ਹਕੂਕ ਅਧਿਕਾਰ ਨਹੀਂ। ਇਹਨੂੰ ਤੁਰੰਤ ਡਿਸਮਿਸ ਕਰੋ। ਦੋਸ਼ੀਆਂ ਖਿਲਾਫ ਫਾਸਟ ਟਰੈਕ ਅਦਾਲਤ ਦੇ ਅੰਦਰ ਮੁਕੱਦਮਾ ਚਲਾ ਕੇ ਘੱਟੋ ਘੱਟ ਸਮੇਂ ਦੇ ਅੰਦਰ ਸਜ਼ਾਵਾਂ। ਅੱਜ ਯੋਗੀ ਸਾਹਿਬ ਮੀਡੀਆ ਦੇ ਇੱਕ ਵੱਡੇ ਪੱਖ ਨੂੰ ਆਪਣੇ ਹੱਕ ਦੇ ਵਿੱਚ ਭੁਗਤਾ ਰਹੇ, ਕਹਿ ਰਹੇ ਆ ਕਿ ਇਹ ਵਿਦੇਸ਼ ਤੋਂ ਫੰਡਿੰਗ ਹੋਈ ਹੈ। ਯੋਗੀ ਸਾਹਿਬ ਯਾਦ ਰੱਖੋ, ਇਹ ਵਿਪਤਾ ਭਗਵਾਨ ਕਿਸੇ ਤੇ ਨਾ ਪਾਵੇ, ਹਰ ਧੀ ਭੈਣ ਸੁਰੱਖਿਅਤ ਰਵੇ। ਜਿੱਦਣ ਤੁਹਾਡੇ ਜਾਂ ਤੁਹਾਡੇ ਪਾਰਟੀ ਦੇ ਕਿਸੇ ਲੀਡਰ ਦੀ ਧੀ ਭੈਣ ਦੇ ਨਾਲ ਇਹ ਕੁਝ ਹੋਊਗਾ ਤੇ ਫਿਰ ਲੋਕ ਸਵਾਲ ਕਰਨਗੇ ਵੀ ਇਹ ਵੀ ਵਿਦੇਸ਼ਾਂ ਤੋਂ ਫੰਡਿੰਗ ਹੋਈ ਤਾਂ ਹੋਇਆ। ਸੋ ਅੱਜ ਵੱਡੇ
ਕਾਲੇ ਕਾਰਨਾਮੇ ਦੇ ਉੱਤੇ ਮਿੱਟੀ ਪਾਉਣ ਵਾਸਤੇ, ਵੱਡੇ ਘਿਨਾਉਣੇ ਅਣਮਨੁੱਖੀ ਕਾਰੇ ਦੇ ਉੱਤੇ ਮਿੱਟੀ ਪਾਉਣ ਵਾਸਤੇ ਜੋਗੀ ਸਾਹਿਬ ਦਾ ਜਿਹੜਾ ਵੱਡੀ ਪੱਧਰ ਦੇ ਉੱਤੇ ਇੱਕ ਮੀਡੀਆ ਹੱਥ-ਸੋਕਾ ਬਣ ਕੇ ਲੋਕਾਂ ਨੂੰ ਗਲਤ ਤਰੀਕੇ ਦੀਆਂ ਖਬਰਾਂ ਪਰੋਸ ਕੇ ਦੇ ਰਿਹਾ, ਅੱਜ ਸਾਡੀ ਡੈਮੋਕ੍ਰੇਸੀ ਦਾ ਮਜ਼ਬੂਤ ਪਿੱਲਰ ਇਸ ਪਾਸੇ ਨੂੰ ਤੁਰ ਪਿਆ ਤੇ ਸਾਡੀ ਡੈਮੋਕ੍ਰੇਸੀ ਵੀ ਖਤਰੇ ਦੇ ਵਿੱਚ ਆ। ਅੱਜ ਸਾਡੀ ਡੈਮੋਕ੍ਰੇਸੀ ਡਾਂਗਤੰਤਰ, ਲੋਕਤੰਤਰ, ਲੱਠਤੰਤਰ ਦੇ ਵਿੱਚ ਤਬਦੀਲ ਕਰਨ ਲਈ ਮੋਦੀ ਤੇ ਮੋਦੀ ਦੀ ਸਰਕਾਰ ਤੇ ਮੋਦੀ ਦੀ ਪਾਰਟੀ ਦੇ ਲੋਕ ਹੱਥ-ਠੋਕਾ ਬਣੇ ਆ। ਜਿੰਨੀ ਦੇਰ ਤੱਕ ਦਲਿਤ ਵਿਦਿਆਰਥੀਆਂ ਦਾ ਵਜ਼ੀਫਾ ਰਾਸ਼ੀ ਦਾ ਅਸਲ ਦੋਸ਼ੀ ਕਾਰਵਾਈ ਨਹੀਂ ਹੁੰਦੀ, ਮਨੀਸ਼ਾ ਬੱਚੀ ਦੇ ਅਸਲ ਕਾਤਲਾਂ ਵਿਰੁੱਧ ਬੀਜੇਪੀ ਸਖਤ ਕਾਰਵਾਈ ਨਹੀਂ ਕਰਦੀ, ਇਹ ਸਾਡੇ ਪ੍ਰਦਰਸ਼ਨ ਜਾਰੀ ਰਹਿਣਗੇ। ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਤੇ ਬੋਲਦਿਆਂ ਬੈਂਸ ਨੇ ਕਿਹਾ ਕਿ ਕੈਪਟਨ ਨੇ ਧਰਮਸੋਧ ਨੂੰ ਕਲੀਨ ਚਿੱਟ ਦੇਣ ਲਈ ਹੀ ਜਾਂਚ ਟੀਮ ਦਾ ਗਠਨ ਕੀਤਾ ਸੀ। ਬੈਂਸ ਨੇ ਸਵਾਲ ਚੁੱਕਦਿਆਂ ਕਿਹਾ ਕਿ ਜੇਕਰ ਧਰਮਸੋਧ ਬੇਕਸੂਰ ਹੈ ਤਾਂ ਕੈਪਟਨ ਨੂੰ ਸੀਬੀਆਈ ਜਾਂਚ ਕਰਵਾਉਣ ਤੋਂ ਇਤਰਾਜ਼ ਕੀ ਹੈ। ਬੈਂਸ ਨੇ ਕਿਹਾ ਕਿ ਧਰਮਸੋਧ ਨੂੰ ਤੁਰੰਤ ਬਰਖਾਸਤ ਕਰਨਾ ਚਾਹੀਦਾ ਹੈ ਤੇ ਮਾਮਲੇ ਦੀ ਸੀਬੀਆਈ ਜਾਂਚ ਕਰਵਾਉਣੀ ਚਾਹੀਦੀ ਹੈ। ਅਸੀਂ ਇਕੱਲਾ ਲੁਧਿਆਣੇ 'ਚ ਨਹੀਂ, ਪੂਰੇ ਪੰਜਾਬ ਦੇ ਅੰਦਰ ਲੋਕ ਇਨਸਾਫ ਪਾਰਟੀ ਨੇ ਬਿਨਾਂ ਕਿਸੇ ਸ਼ਰਤ ਤੋਂ ਸਮਰਥਨ ਤੇ ਸਪੋਰਟ ਸਾਧੂ ਸਿੰਘ ਧਰਮਸੋਤ ਉਹ ਮਿਨਿਸਟਰ ਜਿਹਦੀ ਜਾਂਚ ਪੜਤਾਲ ਇੱਕ ਸੀਨੀਅਰ ਆਈਐਸ ਅਫਸਰ ਨੇ ਕਰਦੇ ਹੋਏ ਆਪਣੀ ਰਿਪੋਰਟ 'ਚ ਲਿਖਿਆ ਕਿ ਇਹ ਸੈਂਕੜੇ ਕਰੋੜ ਰੁਪਇਆ ਦਲਿਤ ਵਿਦਿਆਰਥੀਆਂ ਦਾ ਨਿਕਲ ਗਿਆ, ਉਹਦੀ ਬਰਖਾਸਤਗੀ, ਸੀਬੀਆਈ ਦੀ ਜਾਂਚ ਤੇ 310 ਕਰੋੜ ਰੁਪਇਆ ਜਿਹੜਾ ਇਸ ਸਾਲ ਦਾਖਲਿਆਂ ਲਈ ਆਇਆ ਹੋਇਆ, ਉਹ 310 ਕਰੋੜ ਰੁਪਇਆ ਤੁਰੰਤ ਜਾਰੀ ਕਰੋ ਤਾਂ ਜੋ ਦਲਿਤ ਵਜ਼ੀਫਾ ਰਾਸ਼ੀ ਤਹਿਤ ਪੜ੍ਹਦੇ ਵਿਦਿਆਰਥੀਆਂ ਦਾ ਦਾਖਲਾ ਤੁਰੰਤ ਹੋ ਸਕੇ। ਦੱਸ ਦਈਏ ਕਿ ਹਾਥਰਸ ਮਾਮਲਾ ਤੇ ਸਕਾਲਰਸ਼ਿਪ ਘੁਟਾਲੇ ਦੇ ਵਿਰੋਧ 'ਚ ਅੱਜ ਸੰਤ ਸਮਾਜ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਅਤੇ ਲੋਕ ਇਨਸਾਫ ਪਾਰਟੀ ਨੇ ਵੀ ਇਸ ਦਾ ਪੂਰਾ ਸਮਰਥਨ ਕੀਤਾ। ਸੂਬੇ ਭਰ 'ਚ ਲੋਕ ਇਨਸਾਫ ਪਾਰਟੀ ਦੇ ਵਰਕਰ ਦਲਿਤ ਭਾਈਚਾਰੇ ਦੇ ਮੋਢੇ ਨਾਲ ਮੋਢਾ ਜੋੜ ਕੇ ਇਸ ਸੰਘਰਸ਼ 'ਚ ਸਾਥ ਦੇ ਰਹੇ ਨੇ। ਸਨੀ ਦਿਓਲ ਨੂੰ ਪਾਸੇ ਕਰ ਕਿਸਾਨ ਸੰਘਰਸ਼ 'ਚ ਉਤਰੇ ਅਦਾਕਾਰ ਦੀਪ ਸਿੱਧੂ ਨੇ ਵੀ ਅੱਜ ਹਾਥਰਸ ਮਾਮਲੇ ਦੇ ਵਿਰੋਧ ਵਿੱਚ ਦਿੱਤੇ ਜਾ ਰਹੇ ਦਲਿਤ ਜਥੇਬੰਦੀਆਂ ਦੇ ਧਰਨੇ ਨੂੰ ਸੰਬੋਧਨ ਕੀਤਾ। ਦੀਪ ਸਿੱਧੂ ਦਾ ਕਹਿਣਾ ਸੀ ਕਿ ਸਿਰਫ ਇੱਕ ਮਾਮਲੇ ਦਾ ਵਿਰੋਧ ਕਰਨ ਨਾਲ ਇਸ ਬੁਰਾਈ ਦਾ ਅੰਤ ਨਹੀਂ ਹੋ ਸਕਦਾ। ਸਮੱਸਿਆ ਨੂੰ ਖਤਮ ਕਰਨ ਲਈ ਇਸ ਦੀ ਜੜ ਲੱਭਣੀ ਜ਼ਰੂਰੀ ਹੈ ਅਤੇ ਉਹ ਹੈ ਜਾਤ-ਪਾਤ ਦਾ ਅੰਤਰ। ਦੀਪ ਸਿੱਧੂ ਮੁਤਾਬਕ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਬੁਰਾਈ ਨੂੰ ਖਤਮ ਕਰਨ ਲਈ ਲੰਗਰ ਪ੍ਰਥਾ ਦੀ ਸ਼ੁਰੂਆਤ ਕੀਤੀ ਸੀ। ਅੱਜ ਵੀ ਉਹਨਾਂ ਦੇ ਵਿਖਾਵੇ ਰਸਤੇ ਤੇ ਚੱਲਦੇ ਹੋਏ ਇਸ ਖਿਲਾਫ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਅਸੀਂ ਮਨੀਸ਼ਾ ਦੀ ਜਸਟਿਸ, ਮਨੀਸ਼ਾ ਦੇ ਕਾਤਲਾਂ ਨੂੰ ਫਾਂਸੀ ਹੋ, ਅਸੀਂ ਇਹ ਨਾਰੇ ਲਾਉਣ ਲੱਗ ਜਾਂਦੇ ਹਾਂ। ਅਸਲ ਜੜ ਕਿੱਥੇ ਪਈ ਆ? ਜਿੱਥੋਂ ਮਨੀਸ਼ਾ ਤੇ ਹਮਲੇ ਹੋਏ ਜਾਂ ਮਨੀਸ਼ਾ ਵਰਗੀਆਂ ਸਾਡੀਆਂ ਬੱਚੀਆਂ ਤੇ ਪਹਿਲਾਂ ਉਹਨਾਂ ਤੇ ਹਮਲੇ ਹੋਏ, ਉਹਦੀ ਜੜ ਕਿੱਥੇ ਪਈ ਆ? ਇਹਦੇ ਬਾਰੇ ਅਸੀਂ ਕਦੇ ਨਹੀਂ ਸੋਚਦੇ। ਇਹ ਕਿੰਨਾ ਹਾਲਾਤਾਂ ਚੋਂ ਇਹ ਮਸਲੇ ਸਾਡੇ ਸਾਹਮਣੇ ਪੈਦਾ ਹੁੰਦੇ ਆ, ਇਹਦੇ ਬਾਰੇ ਵੀ ਅਸੀਂ ਕਦੇ ਨਹੀਂ ਸੋਚਦੇ। ਇਹਦੇ ਬਾਰੇ ਕਦੇ ਮੁਖਾਤਬ ਨਹੀਂ ਹੁੰਦੇ, ਸਿਰ ਜੋੜ ਕੇ ਨਹੀਂ ਬੈਠਦੇ, ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ। ਪਰ ਬੜੇ ਵੱਡੇ ਨਾਰੇ ਤਿੱਖੇ ਤੇ ਜੋਸ਼ ਚਾ ਕੇ ਲਾਏ ਜਾਂਦੇ ਆ ਵੀ ਮਨੀਸ਼ਾ ਨੂੰ ਇਨਸਾਫ ਦੇਣਾ ਚਾਹੀਦਾ, ਮੋਦੀ ਵੀ ਮੁਰਦਾਬਾਦ ਤੇ ਯੋਗੀ ਵੀ ਮੁਰਦਾਬਾਦ। ਮੈਂ ਕਹਿੰਦਾ ਇਨਸਾਫ ਮਿਲਣਾ ਚਾਹੀਦਾ, ਮੋਦੀ ਤੇ ਯੋਗੀ ਮੁਰਦਾਬਾਦ ਕਹਿਣਾ ਚਾਹੀਦਾ ਸਾਨੂੰ। ਪਰ ਜੇ ਅਸੀਂ ਜੜ ਨੂੰ ਨਾ ਸਮਝਾਂਗੇ, ਜਿੱਥੇ ਇਹਨਾਂ ਨੇ ਜੜ ਲਾਈ ਆ ਉਹ ਜੜ ਨੂੰ ਨਹੀਂ ਪੱਟਾਂਗੇ, ਫਿਰ ਇੱਕ ਹੋਰ ਮਨੀਸ਼ਾ ਆਊਗੀ, ਅਸੀਂ ਉਹਦੇ ਲਈ ਵੀ ਸਿਰ ਜੋੜ ਕੇ ਆਈ ਬੈਠਾਂਗੇ ਤੇ ਇਨਸਾਫ ਦੀ ਮੰਗ ਕਰਾਂਗੇ। ਜੜ ਇਹਦੀ ਉਸ ਦਰਜਾ ਬਦਰਜੀ, ਉਸ ਊਚ ਨੀਚ ਤੇ ਜਾਤ ਪਾਤ ਚ ਪਈ ਆ ਜਿਹੜਾ ਸਵਰਨ ਜਾਤੀ ਨੇ, ਇਸ ਦੇਸ਼ ਦੀ ਸਵਰਨ ਜਾਤੀ ਨੇ ਹਜ਼ਾਰਾਂ ਸਾਲਾਂ ਤੋਂ ਸਿਰਜਿਆ ਹੋਇਆ, ਜਿਹੜੀ ਕੋਈ ਦੇਵੀ ਰਚਨਾ ਨਹੀਂ ਆ। ਇਹ ਕਿਸੇ ਗ੍ਰੰਥ 'ਚ ਨਹੀਂ ਲਿਖਿਆ, ਇਹਨਾਂ ਦੇ ਬਣਾਇਆ ਹੋਇਆ ਗ੍ਰੰਥਾਂ 'ਚ ਲਿਖੀ ਹੋਈ ਗੱਲ ਆ। ਪਰ ਇਹ ਮਨੁੱਖੀ ਬੁੱਧੀ 'ਚੋਂ ਪੈਦਾ ਕੀਤੀ ਗੱਲ ਆ ਵੀ ਕੋਈ ਜਾਤ ਪਾਤ ਵੀ ਹੁੰਦੀ ਆ, ਕੋਈ ਦਰਜਾ ਬਦਰਜੀ ਵੀ ਹੁੰਦੀ ਆ। ਜਦੋਂ ਭਗਤੀ ਲਹਿਰ ਚੱਲੀ, ਦੇਖੋ ਦੋ ਗੱਲਾਂ ਸਮਝਣ ਦੀ ਬਹੁਤ ਜ਼ਰੂਰਤ ਆ। ਇੱਕ ਗੱਲ ਪ੍ਰਤੱਖ ਹਕੀਕਤ ਤੇ ਅਟੱਲ ਸਚਾਈ, ਜਿਹਤੋਂ ਮੁਨਕਰ ਨਹੀਂ ਕੀਤਾ ਜਾ ਸਕਦਾ। ਪ੍ਰਤੱਖ ਹਕੀਕਤ ਸਾਡੇ ਸਾਹਮਣੇ ਪਈ ਹੁੰਦੀ ਆ, ਅਟੱਲ ਸਚਾਈ ਹਰ ਮਨੁੱਖ ਦੇ ਅੰਦਰ ਹੁੰਦੀ ਆ, ਉਹਦੀ ਰੂਹ ਦੇ ਅੰਦਰ ਹੁੰਦੀ ਆ, ਉਹ ਤੋਂ ਵੀ ਮੁਨਕਰ ਨਹੀਂ ਕੀਤਾ ਜਾ ਸਕਦਾ। ਪ੍ਰਤੱਖ ਹਕੀਕਤ ਤੇ ਅਟੱਲ ਸੱਚਾਈ ਇਹ ਆ ਵੀ ਜਦੋਂ ਤੱਕ ਅਸੀਂ ਜਾਤ ਪਾਤ ਦਾ ਵਿਰੋਧ, ਜਦੋਂ ਤੱਕ ਇਹ ਦਰਜਾ ਬਦਰਜੀ ਦਾ ਵਿਰੋਧ, ਜਦੋਂ ਤੱਕ ਜਿਸ ਤਰ੍ਹਾਂ ਇਲਾਹੀ ਚੀਜ਼ ਨੂੰ ਇਹ ਇਲਾਹੀ ਪਰ ਸਾਨੂੰ ਸਾਡੇ ਉੱਤੇ ਗਲਬਾ ਪਾਉਂਦੇ ਆ ਵੀ ਇਹ ਤਾਂ ਪੈਦਾ ਹੀ ਆਏ ਹੋਏ ਆ, ਅਸੀਂ ਤਾਂ ਪੈਦਾ ਹੀ ਆਏ ਹੋਏ ਆ। ਇਹ ਜਿਹੜੀ ਮਨੂ ਸਮ੍ਰਿਤੀਆਂ 'ਚ ਜਾਂ ਗ੍ਰੰਥਾਂ 'ਚ ਜਾਤ ਪਾਤ ਇਹਨਾਂ ਨੇ ਸਾਡੇ ਉੱਤੇ ਪਾਤੀ, ਥੋਪਤੀ ਤੇ ਅਸੀਂ ਗ੍ਰਹਿਣ ਵੀ ਕਰ ਲਈ।
ਉਹਦਾ ਖੰਡਨ ਕਰਨਾ ਪਊਗਾ। ਉਸੇ ਤਰ੍ਹਾਂ ਖੰਡਨ ਕਰਨਾ ਪਊਗਾ ਜਿਵੇਂ ਮਹਾਤਮਾ ਬੁੱਧ ਨੇ ਕੀਤਾ ਸੀ, ਜਿਵੇਂ ਗੁਰੂ ਨਾਨਕ ਸਾਹਿਬ ਨੇ ਕੀਤਾ ਸੀ ਤੇ ਜਿਵੇਂ ਡਾਕਟਰ ਭੀਮ ਰਾਓ ਅੰਬੇਦਕਰ ਨੇ ਕੀਤਾ ਸੀ। ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ 19 ਸਾਲਾ ਦਲਿਤ ਲੜਕੀ ਨਾਲ ਸਮੂਹਿਕ ਜਬਰ ਜਨਾਹ ਤੇ ਕਤਲ ਮਾਮਲੇ 'ਚ ਇਨਸਾਫ ਅਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਘੁਟਾਲੇ ਸੰਬੰਧੀ ਦਲਿਤ ਸਮਾਜ ਨੇ ਅੱਜ ਪੰਜਾਬ ਬੰਦ ਦਾ ਐਲਾਨ ਕੀਤਾ ਸੀ। ਇਸ ਤਹਿਤ ਅੱਜ ਫਗਵਾੜਾ 'ਚ ਵੀ ਵੱਡੀ ਗਿਣਤੀ 'ਚ ਦਲਿਤ ਭਾਈਚਾਰੇ ਦੇ ਲੋਕ ਸੜਕਾਂ ਤੇ ਉਤਰੇ ਅਤੇ ਮੋਦੀ ਅਤੇ ਯੋਗੀ ਦੇ ਨਾਲ ਹੀ ਕੈਪਟਨ ਸਰਕਾਰ ਖਿਲਾਫ ਵੀ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਸਰਕਾਰ ਆਪਣੀਆਂ ਗਲਤ ਨੀਤੀਆਂ ਨਾਲ ਗਰੀਬਾਂ ਤੇ ਜ਼ੁਲਮ ਕਰ ਰਹੀਆਂ ਨੇ ਅਤੇ ਜੇਕਰ ਇਨਸਾਫ ਨਾ ਮਿਲਿਆ ਤਾਂ ਉਸ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਮਜਬੂਰ ਹੋਣਗੇ। ਜਿਹੜੀ ਸਰਕਾਰ ਆ ਉਹ ਇਸ ਵੇਲੇ ਕਹਿ ਹੀ ਨਹੀਂ ਸਕਦੇ ਵੀ ਡੈਮੋਕ੍ਰੇਸੀ ਚੱਲ ਰਹੀ ਆ, ਬਿਲਕੁਲ ਡਿਕਟੇਟਰਸ਼ਿਪ ਚੱਲ ਰਹੀ ਆ। ਭਾਵੇਂ ਕੋਈ ਬਿੱਲ ਪਾਸ ਕਰਨਾ ਹੋਵੇ, ਭਾਵੇਂ ਆਹ ਬੇਟੀ ਦੀ ਜਿਹੜੀ ਜਿਸ ਤਰੀਕੇ ਦੇ ਨਾਲ ਰੇਪ ਹੋਇਆ ਤੇ ਜਿਸ ਤਰੀਕੇ ਦੇ ਨਾਲ ਉਹਨੂੰ ਰਾਤ ਨੂੰ 2:30 ਵਜੇ ਪਰਿਵਾਰ ਨੂੰ ਬਿਨਾਂ ਦੱਸੇ ਸੰਸਕਾਰ ਕੀਤਾ ਗਿਆ। ਬਲਾਤਕਾਰੀ ਇਕੱਲੇ ਉਹ ਚਾਰੇ ਹੀ ਮੁੰਡੇ ਨਹੀਂ, ਬਲਾਤਕਾਰੀ ਉਹ ਪੁਲਿਸ ਵੀ ਆ, ਸਾਰਾ ਐਡਮਿਨਿਸਟ੍ਰੇਸ਼ਨ ਆ। ਜਿਹਨੇ ਇੱਕ ਧੀ, ਅਸੀਂ ਵੀ ਧੀਆਂ ਭੈਣਾਂ ਵਾਲੇ ਆ, ਜੇ ਸਾਡੀ ਧੀ ਨਾਲ ਅਜਿਹਾ ਕੰਮ ਹੋਵੇ ਤਾਂ ਕਿੰਨਾ ਦੁੱਖ ਹੋਵੇਗਾ। ਇਸ ਤਰੀਕੇ ਦੀ ਦਰਿੰਦਗੀ ਭਰੀ ਮੌਤ ਜਿਹੜੀ ਆ ਉਹ ਨਾ ਬਰਦਾਸ਼ਤ ਕਰਨ ਯੋਗ ਆ। ਇਹ ਸਾਡੀ ਸਾਰਿਆਂ ਦੀ ਸਾਂਝੀ ਧੀ ਸੀ ਤੇ ਇਸ ਧੀ ਨੇ ਸਾਡੀਆਂ ਸਾਰੀਆਂ ਕੌਮਾਂ ਨੂੰ ਜਾਗਰਤ ਕਰ ਦਿੱਤਾ ਵੀ ਜਿਹੜੀ ਮੋਦੀ ਸਰਕਾਰ ਆ ਹਿੰਦੂਇਜ਼ਮ ਦਾ ਏਜੰਡਾ ਰੱਖ ਕੇ ਚੱਲ ਰਹੀ ਆ, ਉਹਨੂੰ ਅਸੀਂ ਕਿਸੇ ਹਾਲਤ 'ਚ ਕਾਮਯਾਬ ਨਹੀਂ ਹੋਣ ਦੇਵਾਂਗੇ। ਇਹ ਜੋਗੀ ਸਰਕਾਰ ਜੋ ਕਰਤੂਤ ਉੱਥੇ ਕਰ ਰਹੀ ਆ ਮਨੀਸ਼ਾ ਬੇਟੀ ਨਾਲ, ਉਹ ਤੁਹਾਨੂੰ ਸਾਰਿਆਂ ਨੂੰ ਪਤਾ, ਅੱਜ ਕੁਝ ਹੋਰ ਕਹਿੰਦੇ ਕੱਲ ਕੁਝ ਹੋਰ ਕਹਿੰਦੇ ਆ। ਇਹ ਸਾਨੂੰ ਇਨਸਾਫ ਨਹੀਂ ਮਿਲ ਰਿਹਾ, ਦਿਖਦਾ ਸਾਨੂੰ ਇਨਸਾਫ ਨਹੀਂ ਮਿਲ ਰਿਹਾ। ਉੱਥੇ ਬੇਇਨਸਾਫੀ ਵਿੱਚ ਪਰਵਾਹ ਨਾ ਹੋ ਰਹੀ ਆ, ਇੰਨੀ ਫੋਰਸ ਲਾਤੀ ਆ ਕਿ ਉੱਥੇ ਕਿਸੇ ਨੂੰ ਕੋਈ ਮਿਲੇ ਨਾ, ਜਾ ਕੋਈ ਦੁੱਖ ਦੀ ਗੱਲ ਨਾ ਸੁਣੇ ਜਾ ਕੇ। ਅਸੀਂ ਉਹਨੂੰ ਪੁੱਛਣਾ ਚਾਹੁੰਦੇ ਆ ਵੀ ਪਹਿਲਾਂ ਸਿਕਿਉਰਿਟੀ ਕਿੱਥੇ ਗਏ ਸੀਗੀ ਜਦ ਸਾਨੂੰ 2:30 ਵਜੇ ਸੰਸਕਾਰ ਕੀਤਾ ਗਿਆ, ਉਦੋਂ ਮਾਂ-ਬਾਪ ਕਿੱਥੇ ਗਏ ਸੀਗੇ? ਇਹਨਾਂ ਨੇ ਉਹਦੀ ਸ਼ਕਲ ਤੱਕ ਨਹੀਂ ਦੇਖੀ ਕੁੜੀ ਦੀ ਵੀ ਸਾਡੀ ਕੁੜੀ ਦੱਬੀ ਭੁੱਖੀ ਆ, ਹੋਰ ਕਿਸੇ ਧੀ ਭੈਣ ਭੁੱਖੀ ਆ। ਇਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਆ, ਕਿਉਂਕਿ ਹਿੰਦੂ ਧਰਮ 'ਚ ਨਹੀਂ ਲਿਖਿਆ ਕਿ ਸਾਨੂੰ 2:30 ਵਜੇ ਸੰਸਕਾਰ ਕੀਤਾ ਜਾਵੇ। ਸਾਨੂੰ ਸਾਰਿਆਂ ਨੂੰ ਪਤਾ ਕਿ ਸੰਸਕਾਰ ਸੂਰਜ ਖੜੇ ਖੜੇ ਹੁੰਦਾ, ਨਾ ਕਿ ਸਾਨੂੰ 2:30 ਵਜੇ ਸੰਸਕਾਰ ਚੋਰੀ ਨਾਲ ਕੀਤਾ ਗਿਆ। ਇਹਦਾ ਮਤਲਬ ਜੋਗੀ ਸਰਕਾਰ ਦੀ ਮਿਲੀ ਭਗਤ ਸਭ ਕੁਝ ਹੋਇਆ। ਅਸੀਂ ਜਿਹੜੇ 4 ਦੋਸ਼ੀ ਫੜੇ ਆ, ਅੰਦਰੋਂ ਚਿੱਠੀ ਲਿਖਦੇ ਆ, ਸਾਨੂੰ ਅਸੀਂ ਪੁੱਛਣਾ ਚਾਹੁੰਦੇ ਅੰਦਰ ਚਿੱਠੀ ਲਿਖਣ ਵਾਲੇ ਕਾਗਜ਼ ਪੈਨ ਕਿੱਥੋਂ ਗਿਆ? ਉਹਨਾਂ ਨੂੰ ਇਹਨਾਂ ਨੂੰ ਜੇਲ੍ਹ 'ਚ ਰੱਖਿਆ, ਹੁਣ ਜਿਵੇਂ ਕਿ ਹੋਟਲ ਰੱਖਿਆ, ਉਹਨਾਂ ਨੂੰ ਹੋਟਲਾਂ ਵਿੱਚ ਰੱਖਿਆ ਗਿਆ ਵਾ। ਜਿਹੜੇ ਅੰਦਰ ਹੋਟਲ ਬਣੇ ਹੋਏ ਉਹਨਾਂ ਨੂੰ ਉਸ ਕਾਰਨ ਵਧੀਆ ਤਰੀਕੇ ਰੱਖਿਆ ਗਿਆ ਵਾ, ਕਿਉਂਕਿ ਅਗਰ ਪੈਨ ਤੇ ਕਾਗਜ਼ ਅੰਦਰ ਜਾ ਸਕਦਾ, ਪਰ ਹੋਰ ਕੋਈ ਵੀ ਅੰਦਰ ਜਾ ਸਕਦਾ ਵਾ। ਅਸੀਂ ਜਿਹੜਾ ਅਗਰ ਉਸ ਬੇਟੀ ਨੂੰ ਇਨਸਾਫ ਨਾ ਮਿਲਿਆ ਤੇ ਸਾਡੀ ਜਿਹੜੀ ਅੱਗ ਹੈ ਬਹੁਤ ਦੂਰ ਤੱਕ ਭੜਕਣੀ ਆ। ਤੁਹਾਨੂੰ ਪਤਾ ਫਗਵਾੜਾ ਇਸ ਕੰਮ ਲਈ ਮਸ਼ਹੂਰ ਆ, ਅਗਰ ਫਗਵਾੜੇ ਅੱਗ ਲੱਗੀ ਤਾਂ ਪੂਰੇ ਭਾਰਤ 'ਚ ਅੱਗ ਲੱਗ ਜਾਣੀ ਆ। ਜਲੰਧਰ 'ਚ ਦਲਿਤ ਸਮਾਜ ਵੱਲੋਂ RSS ਦਾ ਦਫ਼ਤਰ ਘੇਰ ਕੇ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਤੋਂ ਪਹਿਲਾਂ ਨੌਜਵਾਨਾਂ ਨੇ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਸ਼ਹਿਰ 'ਚ ਰੋਸ ਮਾਰਚ ਕੱਢਿਆ। ਹਾਥਰਸ ਮਾਮਲੇ 'ਚ ਇਨਸਾਫ ਨਾ ਮਿਲਣ ਦੇ ਚੱਲਦੇ ਦਲਿਤ ਸਮਾਜ ਦੇ ਲੋਕ ਬਹੁਤ ਗੁੱਸੇ ਵਿੱਚ ਸਨ। ਉਹਨਾਂ ਦਾ ਕਹਿਣਾ ਸੀ ਕਿ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਮੋਦੀ ਵੱਲੋਂ ਯੋਗੀ ਦਾ ਪੂਰਾ ਸਾਥ ਦਿੱਤਾ ਜਾ ਰਿਹਾ ਹੈ। ਉਹਨਾਂ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਨਸਾਫ ਨਾ ਮਿਲਿਆ ਤਾਂ ਉਹ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਮਜਬੂਰ ਹੋਣਗੇ। ਹਾਥਰਸ ਮਾਮਲੇ 'ਚ ਦੇਸ਼ ਭਰ 'ਚ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਦੇਸ਼ ਵਿੱਚ ਔਰਤਾਂ ਵਿਰੁੱਧ ਹੋ ਰਹੇ ਅਪਰਾਧਾਂ ਤੇ ਐਡਵਾਈਜ਼ਰੀ ਜਾਰੀ ਕੀਤੀ ਹੈ। ਪਿਛਲੇ ਦਿਨੀ ਖਾਸਕਰ ਹਾਥਰਸ ਕਾਂਡ ਵਿੱਚ ਮੰਤਰਾਲੇ ਨੇ ਸ਼ੁਰੂਆਤੀ ਪੱਧਰ ਤੇ ਪੁਲਿਸ ਨੂੰ ਲਾਪਰਵਾਹੀ ਵਰਤਣ ਦੇ ਤਰੀਕੇ ਵਿੱਚ ਕਮੀਆਂ ਨੂੰ ਦੂਰ ਕਰਨ ਲਈ ਕਿਹਾ। ਪੀੜਤ ਲੋਕਾਂ ਨੂੰ ਅਕਸਰ ਥਾਣੇ ਦੇ ਚੱਕਰ ਕੱਟਣੇ ਪੈਂਦੇ ਨੇ। ਹੁਣ ਗ੍ਰਹਿ ਮੰਤਰਾਲੇ ਨੇ ਸਾਫ਼ ਕੀਤਾ ਕਿ FIR ਦਰਜ ਕਰਨ 'ਚ ਆਨਾਕਾਨੀ ਨਾ ਹੋਏ। ਆਪਣੀ ਐਡਵਾਈਜ਼ਰੀ ਵਿੱਚ ਗ੍ਰਹਿ ਮੰਤਰਾਲੇ ਨੇ ਕਿਹਾ ਕਿ FIR ਦਰਜ ਕਰਨਾ ਲਾਜ਼ਮੀ ਹੈ। ਮੰਤਰਾਲੇ ਨੇ IPC ਅਤੇ CRPC ਦੇ ਪ੍ਰਾਵਧਾਨਾਂ ਦੀ ਗਣਨਾ ਕਰਦਿਆਂ ਕਿਹਾ ਕਿ ਸੂਬਾ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਉਹਨਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਗ੍ਰਹਿ ਮੰਤਰਾਲੇ ਨੇ ਚੇਤਾਵਨੀ ਦਿੱਤੀ ਕਿ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕੋਲਕਾਤਾ ਵਿੱਚ ਇੱਕ ਸਿੰਘ ਦੀ ਦਸਤਾਰ ਲਾ ਕੇ ਵਾਲਾਂ ਤੋਂ ਖਿੱਚ ਧੂ ਕੀਤੇ ਜਾਣ ਦੀ ਘਟਨਾ ਦਾ ਗੰਭੀਰ ਨੋਟਿਸ ਲਿਆ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਆਖਿਆ ਕਿ ਇਸ ਘਟਨਾ ਪਿੱਛੇ ਜ਼ਿੰਮੇਵਾਰ ਪੁਲਿਸ ਅਫਸਰਾਂ ਖਿਲਾਫ ਕੇਸ ਦਰਜ ਕਰਕੇ ਤੁਰੰਤ ਕਾਰਵਾਈ ਕੀਤੀ ਜਾਵੇ। ਸਿਰਸਾ ਨੇ ਕਿਹਾ ਕਿ ਕੋਲਕਾਤਾ ਵਿੱਚ ਜਿਵੇਂ ਸਰਦਾਰ ਬਲਵਿੰਦਰ ਸਿੰਘ ਨਾਲ ਪੱਛਮੀ ਬੰਗਾਲ ਦੀ ਪੁਲਿਸ ਨੇ ਕੁੱਟਮਾਰ ਕੀਤੀ, ਉਹਨਾਂ ਦੀ ਪੱਗ ਉਤਾਰੀ, ਵਾਲਾਂ ਤੋਂ ਖਿੱਚ ਧੂ ਕਰਕੇ ਅਪਮਾਨਿਤ ਕੀਤਾ, ਇਹ ਬਹੁਤ ਹੀ ਸ਼ਰਮਨਾਕ ਤੇ ਦੁਖਦਾਈ ਘਟਨਾ ਹੈ। ਉਹਨਾਂ ਕਿਹਾ ਕਿ ਇਸ ਘਟਨਾ ਨੇ ਪੂਰੀ ਦੁਨੀਆ ਦੇ ਸਿੱਖਾਂ ਦੇ ਹਿਰਦਿਆਂ ਨੂੰ ਸੱਟ ਮਾਰੀ ਹੈ। ਉਹਨਾਂ ਕਿਹਾ ਕਿ ਜੇਕਰ ਮਮਤਾ ਬੈਨਰਜੀ ਨੇ ਦੋਸ਼ੀਆਂ ਖਿਲਾਫ ਕਾਰਵਾਈ ਨਾ ਕੀਤੀ ਤਾਂ ਫਿਰ ਸਿੱਖ ਇਸ ਮਸਲੇ ਤੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਕੱਲ ਜੋ ਕਲਕੱਤਾ ਪੁਲਿਸ ਵੱਲੋਂ ਸਰਦਾਰ ਬਲਵਿੰਦਰ ਸਿੰਘ ਜੀ ਨਾਲ ਕੁੱਟਮਾਰ ਕੀਤੀ ਗਈ, ਉਹਨਾਂ ਦੀ ਦਸਤਾਰ ਉਤਾਰੀ ਗਈ, ਉਹਨਾਂ ਦੀ ਕੇਸਾਂ ਦੀ ਬੇਅਦਬੀ ਕੀਤੀ ਗਈ, ਇਸ ਦੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਕੜੇ ਸ਼ਬਦਾਂ 'ਚ ਨਿੰਦਾ ਕਰਦੀ ਹੈ। ਬੜੀ ਹੀ ਸ਼ਰਮਨਾਕ ਘਟਨਾ ਹੈ। ਮੈਂ ਮਮਤਾ ਬੈਨਰਜੀ ਜੀ ਨੂੰ ਇਹ ਯਾਦ ਕਰਾਉਣਾ ਚਾਹੁੰਦਾ, ਇਹ ਉਹ ਦਸਤਾਰ ਆ ਜੋ ਸਾਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ 4 ਲਾਲ ਵਾਰ ਕੇ ਦਿੱਤੀ। ਇਹ ਉਹੀ ਦਸਤਾਰ ਆ ਜਿਸ ਨੂੰ ਸਜਾ ਕੇ ਸ਼ਹੀਦ ਭਗਤ ਸਿੰਘ ਨੇ ਇਸ ਦੇਸ਼ ਵਾਸਤੇ ਆਪਣੀ ਸ਼ਹਾਦਤ ਦਿੱਤੀ। ਇਹ ਉਹੀ ਦਸਤਾਰ ਆ ਜਿਸ ਨੂੰ ਸਿਰ ਤੇ ਸਜਾ ਕੇ ਜਨਰਲ ਜਗਜੀਤ ਸਿੰਘ ਅਰੋੜਾ ਨੇ 90,000 ਪਾਕਿਸਤਾਨ ਦੀ ਫੌਜ ਨੂੰ ਸਰੈਂਡਰ ਕਰਾਇਆ ਔਰ ਬੰਗਲਾਦੇਸ਼ ਬਣਵਾਇਆ।
ਇਸ ਦਸਤਾਰ ਦੀ ਜੋ ਉੱਥੋਂ ਦੀ ਪੁਲਿਸ ਨੇ, ਬੰਗਾਲ ਦੀ ਪੁਲਿਸ ਨੇ ਇਹਦਾ ਨਿਰਾਦਰ ਕੀਤਾ, ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਮੈਂ ਮਮਤਾ ਬੈਨਰਜੀ ਜੀ ਨੂੰ ਇਹ ਬੇਨਤੀ ਕਰਦਾ ਹਾਂ ਕਿ 295A ਦੇ ਤਹਿਤ ਮੁਕੱਦਮਾ ਦਰਜ ਕਰਕੇ ਉੱਥੋਂ ਦੀ ਪੁਲਿਸ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਔਰ ਸਰਦਾਰ ਬਲਵਿੰਦਰ ਸਿੰਘ ਜੀ ਨੂੰ ਇਨਸਾਫ ਦਿਵਾਇਆ ਜਾਵੇ। ਪੰਜਾਬ ਦੇ ਮੋਗਾ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਦੀ ਤਸਵੀਰ ਸਾਹਮਣੇ ਆਈ ਹੈ, ਜਿੱਥੇ ਇੱਕ ਦਲਿਤ ਮਹਿਲਾ ਨੂੰ ਸਿਵਲ ਹਸਪਤਾਲ ਦੀ ਪਾਰਕਿੰਗ 'ਚ ਹੀ ਬੱਚੀ ਨੂੰ ਜਨਮ ਦੇਣ ਲਈ ਮਜਬੂਰ ਹੋਣਾ ਪਿਆ। ਪੀੜਤ ਪਰਿਵਾਰ ਨੇ ਇਸ ਦੇ ਲਈ ਹਸਪਤਾਲ ਪ੍ਰਸ਼ਾਸਨ ਤੇ ਗੰਭੀਰ ਆਰੋਪ ਲਗਾਏ ਨੇ ਅਤੇ ਨਾਲ ਹੀ ਉਹਨਾਂ ਸਰਕਾਰ ਨੂੰ ਵੀ ਕੋਸਿਆ ਜੋ ਬੇਟੀ ਬਚਾਓ ਤੇ ਬੇਟੀ ਪੜਾਓ ਦੇ ਨਾਅਰੇ ਤਾਂ ਦਿੰਦੀਆਂ ਹਨ, ਪਰ ਹਕੀਕਤ 'ਚ ਬੇਟੀਆਂ ਲਈ ਕੋਈ ਸੁਵਿਧਾ ਮੁਹੱਈਆ ਨਹੀਂ ਕਰਵਾਉਂਦੀਆਂ। बड़ा एक बच्चा हॉस्टल के अंदर, एक बच्चा हॉस्टल के अंदर, एक लेबर कास्ट, कैप्टन अमरिंदर मुर्दाबाद, 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 प्रधानमंत्री नरेंद्र मोदी मुर्दाबाद। इस व्यक्ति ਵੱਲੋਂ ਮੋਦੀ ਤੇ ਕੈਪਟਨ ਸਰਕਾਰ ਖਿਲਾਫ ਦਿੱਤੀ ਜਾ ਰਹੀ ਦੁਹਾਈ ਉਸ ਪ੍ਰਸ਼ਾਸਨ ਦੇ ਮੂੰਹ ਤੇ ਚਪੇੜ ਹੈ ਜੋ ਸਾਡੇ ਹਸਪਤਾਲ ਸਰਕਾਰੀ ਪ੍ਰਬੰਧ ਦੀ ਦੁਰਸਤਗੀ ਦੇ ਦਾਅਵੇ ਕਰਦਾ ਨਹੀਂ ਥੱਕਦਾ, ਪਰ ਲੋੜ ਪੈਣ ਤੇ ਇਸ ਪ੍ਰਸ਼ਾਸਨ ਨੂੰ ਸਵਾਲਾਂ ਦੇ ਜਵਾਬ ਨਹੀਂ ਔੜਦੇ। ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀਆਂ ਇਹ ਤਸਵੀਰਾਂ ਮੋਗਾ ਦੇ ਸਿਵਲ ਹਸਪਤਾਲ ਦੀਆਂ ਨੇ ਅਤੇ ਮੋਦੀ ਤੇ ਕੈਪਟਨ ਖਿਲਾਫ ਗੁੱਸਾ ਕੱਢ ਰਹੇ ਇਸ ਵਿਅਕਤੀ ਦੀ ਭੈਣ ਨੇ ਹਸਪਤਾਲ ਦੀ ਪਾਰਕਿੰਗ 'ਚ ਹੀ ਫਰਸ਼ ਉੱਤੇ ਬੱਚੀ ਨੂੰ ਜਨਮ ਦਿੱਤਾ ਹੈ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਇੱਕ ਪਾਸੇ ਤਾਂ ਜਿੱਥੇ ਸਰਕਾਰ ਵੱਡੇ ਨਾਅਰੇ ਦਿੰਦੀ ਹੈ ਤਾਂ ਉੱਥੇ ਹੀ ਦੂਜੇ ਪਾਸੇ ਇੱਕ ਦਲਿਤ ਪਰਿਵਾਰ ਨਾਲ ਸੰਬੰਧਿਤ ਗਰਭਵਤੀ ਨੂੰ ਹਸਪਤਾਲ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਕੀਤੀ ਗਈ। ਪਰਿਵਾਰ ਮੁਤਾਬਕ ਸਵੇਰੇ 5 ਵਜੇ ਦੇ ਕਰੀਬ ਉਹ ਹਸਪਤਾਲ ਪਹੁੰਚੇ, ਪਰ ਡਾਕਟਰਾਂ ਨੇ ਕਿਹਾ ਕਿ ਖੂਨ ਦੀ ਘਾਟ ਹੈ ਤੇ ਇਸ ਦੇ ਚੱਲਦਿਆਂ ਮਰੀਜ਼ ਨੂੰ ਫਰੀਦਕੋਟ ਰੈਫਰ ਕਰ ਦਿੱਤਾ। ਇਸ ਦੇ ਲਈ ਉਹਨਾਂ ਨੂੰ ਐਂਬੂਲੈਂਸ ਉਪਲਬਧ ਨਹੀਂ ਕਰਵਾਈ ਗਈ। ਉਹਨਾਂ ਕੋਲ ਇੱਕ ਕਾਗਜ਼ ਉੱਤੇ ਅੰਗੂਠਾ ਲਗਵਾ ਲਿਆ ਗਿਆ ਅਤੇ ਧੱਕੇ ਮਾਰ ਕੇ ਹਸਪਤਾਲ ਚੋਂ ਬਾਹਰ ਕੱਢ ਦਿੱਤਾ ਗਿਆ। ਪੀੜਤ ਪਰਿਵਾਰ ਦੀ ਮੰਗ ਹੈ ਕਿ ਇਸ ਮਾਮਲੇ ਵਿੱਚ ਜ਼ਿੰਮੇਵਾਰ ਡਾਕਟਰ ਤੇ ਪ੍ਰਸ਼ਾਸਨ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਅਜਿਹਾ ਨਾ ਹੋਵੇ। मेरी बहन को सर डिलीवरी का मामला था, पेट में दर्द था, तो सर हमको एम्बुलेंस की सुविधा तो मिली, परंतु सब हम जब सर हम लोग इमरजेंसी वार्ड के अंदर आए तो सर ना ही तो रात का स्टाफ, ना कोई डॉक्टर, ना कोई नर्स, ना कोई 4 क्लास का कर्मचारी, हमें सर कोई सुविधा नहीं ली। और हमने अपनी बेटी को जब काफ़ी दिक्कत हुई, वो बच्चा जहाँ फ्लोर के ऊपर जहाँ चाहे हम खड़े हुए हैं सर, जब कुत्तों ने खून पिया तो मैं स्ट्रेचर इमरजेंसी स्ट्रेचर निकाल के लाया और पब्लिक ने साथ दिया कि चलो प्राइवेट हॉस्पिटल के अंदर चलते हैं। तो सर हमारे लिए कोई सुविधा नहीं है, दलितों के लिए, बेटियों के लिए कोई यहाँ पर हमारे साथ काफी क्या हालत क्या उसकी आपकी? सर हमें तो ये भी नहीं पता हमारी बेटी कहाँ है, हमारी बच्ची कहाँ है। डॉक्टर हरजोत कमल, कैप्टन अमरिंदर और प्रधानमंत्री मोदी मुर्दाबाद, मुर्दाबाद, मुर्दाबाद। उधर हस्पताल प्रशासन ने परिवार ਵੱਲੋਂ ਲਾਏ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜਦੋਂ ਮਹਿਲਾ ਨੂੰ ਹਸਪਤਾਲ ਲੈ ਕੇ ਆਇਆ ਗਿਆ ਉਸ ਵੇਲੇ ਮਹਿਲਾ ਅੰਦਰ ਮਹਿਜ 6 ਗ੍ਰਾਮ ਖੂਨ ਸੀ, ਜਿਸ ਕਾਰਨ ਉਸ ਨੂੰ ਫਰੀਦਕੋਟ ਰੈਫਰ ਕਰਨਾ ਪਿਆ, ਜਿਸ ਦੇ ਬਾਅਦ ਡਾਕਟਰ ਕਿਸੇ ਹੋਰ ਡਿਲੀਵਰੀ 'ਚ ਵਿਅਸਤ ਹੋ ਗਏ। ਇਸ ਤੋਂ ਇਲਾਵਾ ਪਰਿਵਾਰ ਵੱਲੋਂ ਲਗਾਏ ਕੁੱਟਮਾਰ ਦੇ ਇਲਜ਼ਾਮਾਂ ਨੂੰ ਵੀ ਪ੍ਰਸ਼ਾਸਨ ਨੇ ਸਿਰੇ ਤੋਂ ਨਕਾਰ ਦਿੱਤਾ। देखो साढ़े कोल सुबह 5:15 वजे अंकिता नाम की पेशेंट आई है एंबूलेंस से। फर्स्ट बेबी सी 19 साल की सी, जलालाबाद की रहने वाली सी। ठीक है, पेशेंट एग्जामिन होया, पेशेंट बहुत हाई रिस्क केस सीगा, ਉਹਦਾ खून सिर्फ 6 ग्राम सीगा ते ਉਹ ਲੇਬਰ 'ਚ ਸੀਗੀ। ठीक है, ਇੰਨਾ ਰਿਸਕੀ ਪੇਸ਼ੈਂਟ ਦੀਆਂ ਬਹੁਤ ਕੰਪਲਿਕੇਸ਼ਨਸ ਹੁੰਦੀਆਂ ਨੇ ਪੋਸਟ ਡਿਲੀਵਰੀ। ਠੀਕ ਹੈ, ਅਸੀਂ ਪੇਸ਼ੈਂਟ ਨੂੰ ਫਰੀਦਕੋਟ ਜਾਣ ਲਈ ਕਿਹਾ ਸੀ, ਜੋ ਕਿ ਇੱਕ ਸਰਕਾਰੀ ਮੈਡੀਕਲ ਕਾਲਜ ਹੈ ਵੱਡਾ। ਠੀਕ ਹੈ, ਬਟ ਪੇਸ਼ੈਂਟ ਕਹਿੰਦਾ, ਪਹਿਲਾਂ ਪੇਸ਼ੈਂਟ ਮੰਨ ਗਿਆ ਕਿ ਠੀਕ ਹੈ ਅਸੀਂ ਚੱਲ ਜਾਂਦੇ ਹਾਂ। ਇੰਨੇ ਅਸੀਂ ਪੇਸ਼ੈਂਟ ਨੂੰ ਨਾਲ ਦੇ ਰੂਮ 'ਚ ਬਿਠਾਇਆ ਜਿੱਥੇ ਦੂਸਰੇ ਪੇਸ਼ੈਂਟਸ ਹੁੰਦੇ ਨੇ ਕਿ ਐਂਬੂਲੈਂਸ ਆ ਰਹੀ ਹੈ, ਤੁਸੀਂ ਵੇਟ ਕਰੋ। ਨਾਲ ਹੀ ਸਾਡੇ ਕੋਲ ਇੱਕ ਹੋਰ ਪੇਸ਼ੈਂਟ ਆ ਗਿਆ ਫੁੱਲ ਡਾਇਲੇਟੇਸ਼ਨ ਤੇ, ਸਟਾਫ ਸਾਰਾ ਬਿਜ਼ੀ ਹੋ ਗਿਆ ਉਹਦੀ ਡਿਲੀਵਰੀ ਕੰਡਕਟ ਕਰਨ 'ਚ। ਠੀਕ ਹੈ, ਦੈਨ ਪੇਸ਼ੈਂਟ ਸਾਨੂੰ ਕਹਿੰਦਾ ਕਿ ਅਸੀਂ ਫਰੀਦਕੋਟ ਨਹੀਂ ਜਾਵਾਂਗੇ, ਅਸੀਂ ਪ੍ਰਾਈਵੇਟ ਹੀ ਜਾਵਾਂਗੇ। ਠੀਕ ਹੈ, ਤੇ ਜਿਸ ਚੀਜ਼ ਦੇ ਬਕਾਇਦਾ ਪੇਸ਼ੈਂਟ ਆਪਦੇ ਸਾਈਨ ਦਿੱਤੇ ਹੋਏ ਨੇ ਉੱਪਰ ਕਿ ਅਸੀਂ ਫਰੀਦਕੋਟ ਨਹੀਂ ਜਾਣਾ, ਅਸੀਂ ਪ੍ਰਾਈਵੇਟ ਜਾਵਾਂਗੇ, ਸਾਈਨ ਦੇ ਕੇ ਪੇਸ਼ੈਂਟ ਬਿਨਾਂ ਕਿਸੇ ਨੂੰ ਇਨਫੋਰਮ ਕੀਤੇ ਆਪਣੇ ਆਪ ਚਲਾ ਗਿਆ ਉੱਥੇ। ਮੈਮ ਉਹਨਾਂ ਦਾ ਕਹਿਣਾ ਹੈ ਕਿ ਧੱਕੇ ਨਾਲ ਜਿਹੜੇ ਥੰਬ ਇੰਪ੍ਰੈਸ਼ਨ ਲਵਾਏ ਗਏ ਆ ਉਹਨਾਂ ਦੇ ਨਹੀਂ ਧੱਕੇ ਨਾਲ ਕੁਝ ਨਹੀਂ ਲਗਵਾਇਆ ਜਾਂਦਾ। ਦੇਖੋ ਹਰ ਚੀਜ਼ ਦੀ ਡਾਕੂਮੈਂਟੇਸ਼ਨ ਹੁੰਦੀ ਹੈ,
ਕੱਲ ਨੂੰ ਪੇਸ਼ੈਂਟ ਕਹਿ ਰਿਹਾ ਕਿ ਕੱਲ ਨੂੰ ਪੇਸ਼ੈਂਟ ਸਾਡੇ ਤੇ ਕੁਝ ਵੀ ਇਲਜ਼ਾਮ ਲਗਵਾ ਸਕਦਾ ਸੀ ਨਾ। ਜੇ ਪੇਸ਼ੈਂਟ ਨੇ ਆਪਦੇ ਮੂੰਹੋਂ ਕੋਈ ਗੱਲ ਕਹੀ ਹੈ, ਸਾਨੂੰ ਉਹਦੀ ਡਾਕੂਮੈਂਟੇਸ਼ਨ ਤਾਂ ਚਾਹੀਦੀ ਹੈ ਨਾ। ਅੱਜ ਕੱਲ ਬਿਨਾਂ ਡਾਕੂਮੈਂਟੇਸ਼ਨ ਤੋਂ ਕੋਈ ਯਕੀਨ ਤਾਂ ਕਰਦਾ ਨਹੀਂ। ਮੈਮ ਮਾਰਕੁੱਟ ਵੀ ਕੀਤੀ ਗਈ ਹੈ, ਉਹਨਾਂ ਦੀ ਸ਼ਰਟ ਫੜੀ ਗਈ। ਪਲੀਜ਼ ਮਾਰਕੁੱਟ ਕੌਣ ਕਰੇਗਾ? ਇਦਾਂ ਤਾਂ ਮੈਂ ਕੁਝ ਕਹਿ ਦਿੰਦੀ ਹਾਂ, ਤੁਸੀਂ ਉੱਤੇ ਯਕੀਨ ਕਰ ਲਓਗੇ? ਅਸੀਂ ਤਾਂ ਤੁਹਾਡਾ ਤਾਈਓ ਪੱਖ ਹਾਂਜੀ, ਇਦਾਂ ਤਾਂ ਜੇ ਪੇਸ਼ੈਂਟ ਕਹਿ ਰਿਹਾ ਕਿ ਪੇਸ਼ੈਂਟ ਨੇ ਮਾਰਕੁੱਟ ਕੀਤੀ ਹੈ ਤੇ ਫਿਰ ਮੈਂ ਕੁਝ ਵੀ ਕਹਿ ਦਿੰਦੀ ਹਾਂ, ਤੁਸੀਂ ਯਕੀਨ ਕਰੋਗੇ? ਪਹਿਲੀ ਗੱਲ, ਮੈਂ ਕਿਉਂ ਕੋਈ ਗਲਤ ਬਿਆਨ ਦੇਵਾਂ? ਠੀਕ ਹੈ, ਇਟ ਇਜ਼ ਵੈਰੀ ਈਜ਼ੀ ਟੂ ਸੇ ਕੁਝ। ਫਿਲਹਾਲ ਜੱਚਾ ਤੇ ਬੱਚਾ ਦੋਵਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ, ਪਰ ਸਰਕਾਰੀ ਹਸਪਤਾਲਾਂ 'ਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀਆਂ ਅਜਿਹੀਆਂ ਤਸਵੀਰਾਂ ਦਾ ਸਾਹਮਣੇ ਆਉਣਾ ਕੋਈ ਨਵੀਂ ਗੱਲ ਨਹੀਂ ਹੈ। ਪਰ ਇਸ ਤੋਂ ਨਾ ਤਾਂ ਹਸਪਤਾਲ ਪ੍ਰਸ਼ਾਸਨ ਸਬਕ ਲੈਂਦਾ ਹੈ ਤੇ ਨਾ ਹੀ ਉਹ ਸਿਹਤ ਮੁਲਾਜ਼ਮ ਜੋ ਇਸ ਦੇ ਲਈ ਜ਼ਿੰਮੇਵਾਰ ਹੁੰਦੇ ਨੇ। ਜੇਕਰ ਇਸੇ ਤਰ੍ਹਾਂ ਦੇ ਮਾਮਲਿਆਂ ਦੀ ਜਾਂਚ ਨਿਰਪੱਖ ਤਰੀਕੇ ਨਾਲ ਕੀਤੀ ਜਾਵੇ ਅਤੇ ਦੋਸ਼ੀਆਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਤਾਂ ਅੱਗੇ ਤੋਂ ਅਜਿਹੇ ਮਾਮਲਿਆਂ ਤੇ ਰੋਕ ਲੱਗ ਸਕਦੀ ਹੈ। ਬਿਊਰੋ ਰਿਪੋਰਟ, ਟੀਵੀ ਪੰਜਾਬ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਝਾਤ ਮਾਰਦੇ ਹਾਂ ਇੱਕ ਵਾਰ ਫਿਰ ਮੁੱਖ ਖਬਰਾਂ ਤੇ। 3 ਦਿਨ ਬਾਅਦ ਹਨੇਰੇ 'ਚ ਡੁੱਬੇਗਾ ਪੰਜਾਬ। ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਥਰਮਲ ਪਲਾਂਟਾਂ ਕੋਲ ਸਿਰਫ 3 ਦਿਨ ਦਾ ਗੋਲਾ ਬਚਿਆ। ਕਿਸਾਨਾਂ ਨੂੰ ਮਾਲ ਗੱਡੀਆਂ ਲਈ ਰਾਹ ਦੇਣ ਦੀ ਕੀਤੀ ਅਪੀਲ। ਬੇਨਤੀਜਾ ਰਹੀ ਬਰਨਾਲਾ 'ਚ ਹੋ ਰਹੀ ਕਿਸਾਨ ਜਥੇਬੰਦੀਆਂ ਦੀ ਬੈਠਕ। 7 ਜਥੇਬੰਦੀਆਂ ਦੇ ਨੁਮਾਇੰਦੇ ਰਹੇ ਗੈਰ ਹਾਜ਼ਰ। ਹੁਣ 13 ਅਕਤੂਬਰ ਨੂੰ ਅਗਲੀ ਮੀਟਿੰਗ 'ਚ ਬਣਾਈ ਜਾਵੇਗੀ ਸੰਘਰਸ਼ ਦੀ ਰਣਨੀਤੀ। ਹਾਥਰਸ ਗੈਂਗਰੇਪ ਤੇ ਕਤਲ ਮਾਮਲੇ ਤੇ ਭਖਿਆ ਪੰਜਾਬ ਦਾ ਮਾਹੌਲ। 3 ਘੰਟਿਆਂ ਦੇ ਬੰਦ ਦੌਰਾਨ ਮੋਦੀ ਤੇ ਯੋਗੀ ਦੇ ਫੂਕੇ ਗਏ ਪੁਤਲੇ। ਸਕਾਲਰਸ਼ਿਪ ਘਟਾਲੇ ਲਈ ਕੈਪਟਨ ਖਿਲਾਫ ਵੀ ਨਾਅਰੇਬਾਜ਼ੀ। ਸਿਮਰਜੀਤ ਬੈਂਸ ਨੇ ਕੀਤੀ ਯੋਗੀ ਸਰਕਾਰ ਨੂੰ ਬਰਖਾਸਤ ਕਰਨ ਅਤੇ ਯੂਪੀ 'ਚ ਰਾਸ਼ਟਰਪਤੀ ਰਾਜ ਲਗਾਉਣ ਦੀ ਮੰਗ। ਦਲਿਤ ਸਮਾਜ ਦੇ ਧਰਨੇ ਤੇ ਪਹੁੰਚੇ ਦੀਪ ਸਿੱਧੂ ਨੇ ਜਾਤ ਪਾਤ ਨੂੰ ਦੱਸਿਆ ਅਜਿਹੀਆਂ ਘਟਨਾਵਾਂ ਦੀ ਅਸਲੀ ਜੜ। ਅਤੇ ਮੋਗਾ 'ਚ ਇਨਸਾਨੀਅਤ ਹੋਈ ਸ਼ਰਮਸਾਰ। ਸਿਵਲ ਹਸਪਤਾਲ ਪਹੁੰਚੀ ਗਰਭਵਤੀ ਮਹਿਲਾ ਨੂੰ ਨਹੀਂ ਮਿਲਿਆ ਇਲਾਜ। ਹਸਪਤਾਲ ਦੀ ਪਾਰਕਿੰਗ 'ਚ ਦਿੱਤਾ ਬੱਚੀ ਨੂੰ ਜਨਮ। ਇਸ ਦੇ ਨਾਲ ਹੀ ਮੈਨੂੰ ਮਨਪ੍ਰੀਤ ਕਾਲੋ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਟੀਵੀ ਪੰਜਾਬ।